गुड इवनिंग +2 क्लास। बेटे कल ਤੁਹਾਡਾ ਹੁਣ ਇੰਗਲਿਸ਼ ਦਾ ਪੇਪਰ ਹੈ ਤੇ ਮੈਨੂੰ ਹੁਣ ਲੱਗਿਆ ਥੋੜਾ ਜਿਹਾ ਮੈਂ ਉਹਦੇ ਬਾਰੇ ਤੁਹਾਡੇ ਨਾਲ ਡਿਸਕਸ ਕਰ ਲਾਂ। ਤੇ ਇਹ ਤੁਹਾਡਾ ਜਿਹੜਾ ਮੈਂ ਸਟਰਕਚਰ ਪਾਇਆ ਸੀ ਇਹਨੂੰ ਆਪਾਂ ਇਹਦੇ ਅਨੁਸਾਰ ਹੀ ਤੁਹਾਨੂੰ ਮੈਂ ਦੱਸ ਰਹੀ ਹਾਂ ਵੀ ਤੁਸੀਂ ਕਿਵੇਂ ਕਿਵੇਂ ਥੋੜਾ ਜਿਹਾ ਹੁਣ ਪੇਪਰ ਦੀ ਤਿਆਰੀ ਤਾਂ ਤੁਸੀਂ ਕੀਤੀ ਹੋਊਗੀ, ਹੁਣ ਕੰਸੋਲੀਡੇਟ ਕਰ ਲਓ ਵੀ ਕਿਵੇਂ ਕਿਵੇਂ ਕਰਨਾ ਹੈਗਾ। ਬਹੁਤ ਵਾਰੀ ਡਿਸਕਸ ਹੋ ਗਿਆ ਹੁਣ, ਪਰ ਲਾਸਟ ਚਲੋ ਕੱਲ੍ਹ ਪੇਪਰ ਹੈ, ਜੇ ਕੋਈ ਰਹਿ ਗਿਆ ਹੋਵੇ ਤਾਂ ਉਹਨੂੰ ਵੀ ਪਤਾ ਲੱਗ ਜਾਊਗਾ ਵੀ ਤੁਹਾਡਾ 80 ਨੰਬਰ ਦਾ ਹੈਗਾ ਪੇਪਰ ਆਉਣਾ। ਠੀਕ ਹੈ, 20 ਨੰਬਰ ਦੀ ਤੁਹਾਡੀ ਇੰਟਰਨਲ ਅਸੈਸਮੈਂਟ ਹੈਗੀ ਹੈ। ਅਤੇ ਸਭ ਤੋਂ ਜ਼ਰੂਰੀ ਗੱਲ ਜਿਹੜੀ ਹੈਗੀ ਮੈਨੂੰ ਲੱਗੀ ਵੀ 5 ਨੰਬਰ ਦੇ ਤੁਹਾਡਾ ਸਿੱਧਾ ਇਹ ਗੁੱਡ ਰਾਈਟਿੰਗ ਦੇ ਪੇਪਰ ਹੈ, ਸੁੰਦਰ ਹੈਂਡ ਰਾਈਟਿੰਗ ਦੇ, ਹੈ ਨਾ। ਇਹ ਸਾਰੇ ਬੱਚੇ ਹੀ ਤੁਸੀਂ ਲੈ ਸਕਦੇ ਹੋ। ਪੇਪਰ ਕਰਨ ਲੱਗੇ, ਸ਼ੁਰੂ ਕਰਨ ਲੱਗੇ ਪਹਿਲਾਂ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਵੀ ਲਿਖਾਈ ਜਿਹੜੀ ਹੈਗੀ, ਜਿਹੜੀ ਤੁਹਾਡੀ ਰਾਈਟਿੰਗ ਹੈ ਉਹ ਬਹੁਤ ਸੋਹਣੀ ਲਿਖਿਓ ਅਤੇ ਜਿਹਦੇ ਨਾਲ ਤੁਹਾਡੇ 5 ਨੰਬਰ ਹੈ ਜਿਹੜੇ ਉਹ ਸਿੱਧੇ ਤੁਹਾਨੂੰ ਮਿਲ ਜਾਣਗੇ। ਹੁਣ ਆਪਾਂ ਦੇਖੀਏ ਜੇ ਕੰਪਰੀਹੈਂਸ਼ਨ ਦੀ ਗੱਲ ਕਰੀਏ, ਪਹਿਲੇ ਨੰਬਰ 'ਤੇ ਤੁਹਾਨੂੰ ਕੰਪਰੀਹੈਂਸ਼ਨ ਆਉਣੀ ਹੈ ਬੇਟੇ, ਅਨਸੀਨ ਪੈਸੇਜ। ਤਾਂ ਇੱਕ ਅਨਸੀਨ ਪੈਸੇਜ ਤਾਂ ਭਾਵੇਂ ਅਨਸੀਨ ਹੀ ਹੈ, ਪਰ ਤੁਹਾਡੀ ਗ੍ਰਾਮਰ ਦੇ ਪਿੱਛੇ ਟੋਪਿਕ ਦਿੱਤੇ ਹੋਏ ਆ ਅਨਸੀਨ ਪੈਸੇਜ ਵਾਲੇ। ਅਤੇ ਜਿਹੜੇ ਬੱਚੇ ਇੱਥੇ ਹੀ ਸੀਗੇ +1 'ਚ ਉਹਨਾਂ ਨੂੰ ਪਤਾ ਹੀ ਹੈ ਵੀ ਆਪਾਂ ਇਹ ਸਾਰਾ ਜਿਹੜਾ ਕੀਤਾ ਉਹ ਪੈਸੇਜ ਆਪਾਂ ਕਰ ਰੱਖਿਆ, ਤਾਂ ਉਹਨੂੰ ਚੰਗੀ ਤਰ੍ਹਾਂ ਰਿਵਾਈਜ਼ ਕਰ ਲਿਓ। ਅਨਸੋਲਡ ਹਜੇ ਤੁਸੀਂ ਭਾਵੇਂ ਰਹਿਣ ਦਿਓ ਇਸ ਵਾਰੀ 'ਚ, ਸੋਲਡ ਜਿਹੜੇ ਹੈਗੇ ਉਹ ਸਾਰੇ ਤੁਹਾਡੇ ਕੀਤੇ ਹੋਣੇ ਚਾਹੀਦੇ ਹੈ। 5 ਪੈਰਾਗ੍ਰਾਫ ਤੁਹਾਡੇ ਸੋਲਡ ਹੈ, ਤਾਂ ਉਹ +1 'ਚ ਵੀ ਆਪਾਂ ਵਾਰੀ ਵਾਰੀ ਕੀਤੇ ਸੀਗੇ ਅਤੇ ਹੁਣ ਵੀ ਤੁਸੀਂ ਉਹਨੂੰ ਬੜੇ ਧਿਆਨ ਨਾਲ ਅਨਸੀਨ ਪੈਸੇਜ ਹੈ ਜਿਹੜਾ ਉਹਦਾ ਟੋਪਿਕ ਹੈ ਗ੍ਰਾਮਰ ਦੇ ਵਿੱਚੋਂ, ਉਹ ਤੁਸੀਂ ਕਰ ਲੈਣਾ ਹੈਗਾ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਇਹ ਤੁਹਾਡਾ 10 ਨੰਬਰ ਦਾ ਜਿਹੜਾ ਕੁਐਸਚਨ ਹੈ, ਉਹ 10 ਨੰਬਰ ਦਾ ਤੁਹਾਡਾ ਕੁਐਸਚਨ ਹੈ ਜਿਹੜਾ ਉਹ ਕਲੀਅਰ ਹੋ ਜਾਊਗਾ ਵੀ ਉਹਦੇ 'ਚੋਂ ਤੁਹਾਡਾ ਆ ਗਿਆ ਅਨਸੀਨ ਪੈਸੇਜ ਜਿਹੜਾ ਤੁਸੀਂ ਉਹ ਕਰ ਲੈਣਾ ਹੈਗਾ। ਉਸ ਤੋਂ ਬਾਅਦ ਫਿਰ ਤੁਹਾਡਾ ਅਨਸੀਨ ਪੈਸੇਜ ਹੈ ਬੇਟਾ, ਉਹ 6 ਨੰਬਰ ਦਾ ਹੈਗਾ। ਇਹ ਤੁਸੀਂ ਪਹਿਲਾਂ ਪੂਰੇ ਧਿਆਨ ਨਾਲ ਪੜ੍ਹ ਕੇ, ਇਹਨਾਂ 'ਚੋਂ ਮੇਰਾ ਕਹਿਣ ਦਾ ਮਤਲਬ ਹੈ ਪੂਰੇ ਨੰਬਰ ਤੁਸੀਂ ਲੈ ਸਕਦੇ ਹੈ। ਅਤੇ ਜਿਹੜੀ ਅੱਗੇ ਤੁਹਾਡੀ ਪ੍ਰੈਸੀ ਰਾਈਟਿੰਗ ਹੈ ਉਹ 4 ਨੰਬਰ ਦੀ ਹੈ, 26 ਨੰਬਰ ਦੀ ਗ੍ਰਾਮਰ ਇਹਨਾਂ ਨੇ ਲਿਖੀ ਹੋਈ ਹੈ। ਤਾਂ ਪ੍ਰੈਸੀ ਵੀ ਤੁਸੀਂ ਜਿਹੜੀਆਂ ਹੈਗੀਆਂ ਸੋਲਡ ਹੈਗੀਆਂ, ਪਹਿਲਾਂ 5 ਚੀਜ਼ ਤਾਂ ਤੁਸੀਂ ਗ੍ਰਾਮਰ ਦੇ ਵਿੱਚ ਜ਼ਰੂਰ ਹੀ ਕਰ ਲੈਣੀਆਂ ਹੈਗੀਆਂ। ਮੇਰੇ ਹਿਸਾਬ ਨਾਲ ਤੁਹਾਨੂੰ ਪੇਪਰ ਆਉਣਾ ਚਾਹੀਦਾ ਵੀ 5 ਜਿਹੜੀ ਕੋਈ ਵੀ 5 ਹੈ, ਚਾਹੇ ਈਮੇਲ ਹੈ ਨਾ, ਚਾਹੇ ਤੁਹਾਡੀ ਪ੍ਰੈਸੀ ਰਾਈਟਿੰਗ ਹੈ, ਇਹ ਤੁਸੀਂ ਸੋਲਡ ਤਾਂ ਪੱਕਾ ਹੀ ਕਰੋ। ਤਾਂ ਇਹਦੇ 'ਚ ਤੁਸੀਂ ਇਹਦਾ ਟਾਈਟਲ ਦਿਓਗੇ ਪ੍ਰੈਸੀ ਦਾ, ਹੈ ਨਾ। ਅਤੇ ਉਸ ਤੋਂ ਬਾਅਦ ਤੁਸੀਂ ਪਹਿਲਾਂ ਪੂਰੇ ਨੰਬਰ ਲਿਖੋਗੇ, ਮਤਲਬ ਇੰਨੇ ਵਰਡਸ ਬਣ ਗਏ, ਟੋਟਲ ਵਰਡਸ ਲਿਖੋਗੇ ਉਹਦੇ 'ਤੇ ਗਿਣ ਕੇ, ਫਿਰ ਉਹ 'ਤੇ 1/3 ਲਿਖੋਗੇ ਤੁਸੀਂ ਵੀ ਇੰਨੇ ਜਿਹੜੇ ਹੈਗੇ ਹੈ ਇਹ ਸਾਡੇ 1/3 ਬਣ ਗਏ। ਫਰਜ਼ ਕਰੋ ਤੁਹਾਨੂੰ 150 ਨੰਬਰ 150 ਵਰਡਸ ਦਾ ਪੈਰਾਗ੍ਰਾਫ ਆ ਗਿਆ, ਤਾਂ ਤੁਸੀਂ ਉੱਥੇ ਲਿਖੋਗੇ ਟੋਟਲ ਵਰਡਸ 150, 1/3 50। ਇਹ ਲਿਖ ਕੇ ਇਹਦਾ ਵੀ ਨੰਬਰ ਹੋਊਗਾ। ਉਸ ਤੋਂ ਬਾਅਦ ਫਿਰ ਤੁਸੀਂ ਟਾਈਟਲ ਦੇ ਦੋਗੇ ਅਤੇ ਫਿਰ ਤੁਸੀਂ ਉਹਨੂੰ ਜਿਹੜਾ 1/3 ਹੈ ਜਿਹੜਾ ਉਹ ਪੈਰਾਗ੍ਰਾਫ ਕਰ ਦੋਗੇ ਪੰਜਾਬੀ 'ਚ, ਤੁਸੀਂ ਜਿਵੇਂ ਸੰਖੇਪ ਰਚਨਾ ਕਰਦੇ ਹੁੰਦੇ ਸੀ। ਨੈਕਸਟ ਜਿਹੜਾ ਹੈਗਾ ਆਪਣਾ ਲੈਟਰ ਹੈ ਬੇਟੇ। ਲੈਟਰ ਜਾਂ ਐਪਲੀਕੇਸ਼ਨ 'ਚੋਂ ਇੱਕ ਚੀਜ਼ ਆ ਜਾਊਗੀ। ਸਭ ਤੋਂ ਪਹਿਲਾਂ ਤੁਸੀਂ ਐਪਲੀਕੇਸ਼ਨਸ ਆਪਦੀਆਂ ਕਰੋ, ਫਿਰ ਤੁਸੀਂ ਲੈਟਰਸ ਕਰੋ। ਉਹ ਵੀ ਫਿਰ ਹੀ ਮੈਂ ਤੁਹਾਨੂੰ ਕਹੂੰਗੀ ਵੀ ਸੋਲਡ ਤੁਸੀਂ ਕਰੋ, ਜਿਹੜਾ ਅਨਸੋਲਡ ਨਹੀਂ ਕੁਛ ਵੀ ਕਰਨਾ ਹਜੇ ਇਹਦੇ 'ਚੋਂ, ਸੋਲਡ ਕਰ ਲਿਆ ਜੇ। ਐਪਲੀਕੇਸ਼ਨਸ ਹੋ ਜਾਂਦੀਆਂ ਜਿਵੇਂ ਫੁੱਲ ਫੀ ਕੰਸੈਸ਼ਨ ਦੀ ਹੋ ਜਾਂਦੀ ਹੈ, ਰਿਮਿਸ਼ਨ ਆਫ ਫਾਈਨ ਦੀ ਹੋ ਜਾਂਦੀ ਹੈ, ਮੈਰਿਜ ਲੀਵ ਦੀ ਹੋ ਜਾਂਦੀ ਹੈ। ਲੀਵ ਆਪਾਂ ਕਿਸੇ ਕਾਰਨ ਕਰਕੇ ਵੀ ਲੈ ਸਕਦੇ ਹੁੰਦੇ ਹਾਂ, ਚਾਹੇ ਆਪਾਂ ਸਿਕ ਲੀਵ ਦੀ ਹੋ ਜਾਂਦੀ ਹੈ, ਬਿਮਾਰ ਹੈ, ਚਾਹੇ ਆਪਾਂ ਮੈਰਿਜ ਵਾਸਤੇ ਛੁੱਟੀ ਲੈਣੀ ਹੁੰਦੀ ਹੈ ਫਿਰ ਆਪਾਂ ਲੈ ਲੈਂਦੇ ਹਾਂ, ਆਊਟ ਆਫ ਸਟੇਸ਼ਨ ਜਾਣਾ ਹੁੰਦਾ ਫਿਰ ਲੈ ਲੈਂਦੇ ਹਾਂ। ਸੋ ਜੁਰਮਾਨਾ ਮਾਫੀ, ਫੀਸ ਮਾਫੀ, ਠੀਕ ਹੈ। ਅਤੇ ਕਿਸੇ ਵੀ ਕਿਸਮ ਦੀ ਜਿਹੜੀ ਹੈਗੀ ਹੈ ਲੀਵ ਕਿਸੇ ਕਾਰਨ ਕਰਕੇ ਤੁਸੀਂ ਲੈਣੇ ਹੈ, ਉਹ ਤੁਸੀਂ ਐਪਲੀਕੇਸ਼ਨਸ ਪਹਿਲਾਂ ਪੂਰੀਆਂ ਕਰ ਲਓ। ਬਹੁਤ ਵਾਰੀ +1 'ਚ ਆਪਾਂ ਵਾਰੀ ਰਿਵਾਈਜ਼ ਕੀਤੀਆਂ, ਅਤੇ ਇਹ ਵੀ ਤੁਸੀਂ ਫਿਰ ਹੁਣ ਇੱਕ ਵਾਰੀ ਪਹਿਲਾਂ ਐਪਲੀਕੇਸ਼ਨ ਰਿਵਾਈਜ਼ ਕਰ ਲਿਆ ਜੀ। ਨੈਕਸਟ ਹੈਗਾ ਐਕਸਪਲੇਨਿੰਗ ਨਿਊਜ਼ਪੇਪਰ ਹੈਡਲਾਈਨ ਔਰ ਈਮੇਲ ਰਾਈਟਿੰਗ। ਈਮੇਲ ਰਾਈਟਿੰਗ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਅਤੇ ਹੁਣ ਵੀ ਦੁਬਾਰਾ ਦੱਸ ਦਿੰਦੀ ਹੈ ਵੀ ਜਿਵੇਂ ਤੁਸੀਂ ਲੈਟਰ ਲਿਖਦੇ ਹੈ ਸੇਮ ਉਵੇਂ ਈਮੇਲ ਹੈ। ਪਹਿਲਾਂ ਲੋਕ ਚਿੱਠੀ ਲਿਖ ਲੈਂਦੇ ਸੀ, ਹੁਣ ਅਗਲਾ ਮੇਲ ਕਰ ਦਿੰਦਾ। ਜਿਹੜੇ ਉਹਦੇ ਕੰਟੈਂਟ ਹੁੰਦੇ ਹੈ ਈਮੇਲ ਦੇ ਉਹ ਸਾਰੇ ਉਵੇਂ ਹੀ ਹੋਣਗੇ, ਸਿਰਫ ਤੁਸੀਂ ਜਿਹੜਾ ਐਡਰੈਸ ਹੈ ਉਹ ਇੱਕ ਕੋਈ ਮਰਜ਼ੀ ਚੂਜ਼ ਕਰ ਲਓ ਅਤੇ ਉਹਨੂੰ ਤੁਸੀਂ ਲਿਖ ਦਿਆ ਕਰੋ। ਈਮੇਲ ਜਿਵੇਂ ਤੁਸੀਂ ਕਰੋਗੇ, ਮੰਨ ਲਓ ਕਿਸੇ ਦੀ ਆਪਾਂ ਕਹਿੰਦੇ ਹਾਂ ਵਧਾਈ ਦੇਣੀ ਹੈ, ਕਿਸੇ ਨੂੰ ਕਿਸੇ ਦੇ ਜਨਮ ਦਿਨ ਦੀ ਵਧਾਈ ਦੇਣੀ ਹੈ ਨਾ, ਕਿਸੇ ਦੇ ਮਹੂਰਤ ਹੈ ਤਾਂ ਤੁਸੀਂ ਵਧਾਈ ਦੇਣੀ ਹੈ, ਇਨਵੀਟੇਸ਼ਨ ਦੇਣਾ ਹੈਗਾ, ਇਨਵੀਟੇਸ਼ਨ ਵਾਸਤੇ ਹੋ ਜਾਂਦੀ ਹੈ। ਕਿਸੇ ਨੂੰ ਤੁਸੀਂ ਅਫਸੋਸ ਕਰਨਾ ਵੀ ਕਿਸੇ ਦੇ ਫਾਦਰ ਦੀ ਡੈਥ ਹੋ ਗਈ, ਫਰਜ਼ ਕਰੋ ਮਦਰ ਦੀ ਹੋ ਗਈ, ਤਾਂ ਕੰਡੋਲੈਂਸ। ਇਹ ਸਾਰੇ ਤੁਸੀਂ ਹੈਗੇ ਆ ਪਹਿਲਾਂ ਲੈਟਰਸ ਵੀ ਕੀਤੀਆਂ ਹੋਈਆਂ ਅਤੇ ਇਹੀ ਈਮੇਲ ਦਾ ਕੰਟੈਂਟ ਹੈ ਜਿਹੜਾ ਉਹ ਬਣ ਜੂਗਾ। ਅਤੇ ਨਿਊਜ਼ਪੇਪਰ ਹੈਡਲਾਈਨ, ਇਹ ਸਾਰਾ ਕੁਛ ਤੁਸੀਂ ਗ੍ਰਾਮਰ 'ਚੋਂ ਬੇਟੇ ਦੇਖੀ ਜਾਣਾ ਅਤੇ ਗ੍ਰਾਮਰ ਦੇ ਵਿੱਚੋਂ ਹੀ ਕਰਨਾ। ਅਤੇ ਪਹਿਲੇ ਜਿਹੜੇ ਸੋਲਡ ਹੈਗੇ ਆ ਕੰਟੈਂਟ ਉਹੀ ਕਰ ਲਿਆ ਜੀ।
ਤਾਂ ਨਿਊਜ਼ਪੇਪਰ ਹੈਡਲਾਈਨ ਵੀ ਤੁਹਾਨੂੰ ਇੱਕ ਹੈਡਲਾਈਨ ਅਗਲੇ ਨੇ ਦੇਤੀ, ਜਿਵੇਂ ਆਪਾਂ ਨਿਊਜ਼ਪੇਪਰ ਪੜ੍ਹਦੇ ਹਾਂ ਤਾਂ ਉਹਨੂੰ ਤੁਸੀਂ ਆਪਦੇ ਸ਼ਬਦਾਂ ਦੇ ਵਿੱਚ ਐਕਸਪਲੇਨ ਕਰਨਾ ਹੁੰਦਾ। ਹੈਡਲਾਈਨ ਦੇ ਵਿੱਚ ਕੋਈ ਹੈਲਪਿੰਗ ਵਰਬ ਨਹੀਂ ਉਹਨਾਂ ਨੇ ਲਾਇਆ ਹੁੰਦਾ, ਕੋਈ ਸਬਜੈਕਟ ਕੰਪਲੀਟ ਨਹੀਂ ਦੱਸਿਆ ਹੁੰਦਾ, ਤਾਂ ਉਹ ਤੁਸੀਂ ਕੰਪਲੀਟ ਕਰ ਦੇਣਾ ਹੁੰਦਾ। ਜਿਵੇਂ CM ਲਿਖਤਾ ਤਾਂ ਆਪਾਂ ਚੀਫ ਮਿਨਿਸਟਰ ਲਿਖਾਂਗੇ, ਨਾਲ ਜਿਹੜਾ ਚੀਫ ਮਿਨਿਸਟਰ ਉਸ ਸਟੇਟ ਦਾ ਹੋਊਗਾ ਉਹ ਲਿਖਾਂਗੇ। PM ਲਿਖਤਾ ਤਾਂ ਆਪਾਂ ਕਹਾਂਗੇ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਕੁਮਾਰ ਮੋਦੀ, ਚੀਫ ਮਿਨਿਸਟਰ ਸਰਦਾਰ ਅਮਰਿੰਦਰ ਸਿੰਘ। ਇੱਦਾਂ ਸਾਰਾ ਤੁਸੀਂ ਉਹਨੂੰ ਕੰਟੈਂਟ ਨੂੰ ਜਿਹੜਾ ਸ਼ਾਰਟਕਟ ਦਿੱਤਾ ਹੁੰਦਾ ਪੂਰਾ ਕਰਕੇ ਆਪਦੇ ਵੱਲੋਂ ਖਬਰ ਪੂਰੀ ਬਣਾ ਦੇਣੀ ਹੁੰਦੀ ਹੈ, ਉਹ ਜਿਹੜੀ ਉਹਨਾਂ ਨੇ ਦਿੱਤੀ ਹੁੰਦੀ ਹੈ। ਚਾਹੇ ਉਹ ਕਰ ਲਓ ਅਤੇ ਚਾਹੇ ਈਮੇਲ ਰਾਈਟਿੰਗ ਕਰ ਲਓ, ਤੁਸੀਂ ਤਾਂ ਦੋਨੇ ਹੀ ਕਰੋਗੇ, ਮਤਲਬ ਇਹਨਾਂ 'ਚੋਂ ਇੱਕ ਕਰਨੀ ਆਊਗੀ ਤੁਹਾਨੂੰ। ਅੱਗੇ ਆ ਗਿਆ ਬੇਟੇ ਟਰਾਂਸਲੇਸ਼ਨ ਫਰੋਮ ਇੰਗਲਿਸ਼ ਟੂ ਪੰਜਾਬੀ। ਤੁਹਾਨੂੰ ਇਹ ਦੇਣਗੇ ਜੇ ਤੁਸੀਂ ਇੰਗਲਿਸ਼ ਤੋਂ ਪੰਜਾਬੀ ਕਰਨੀ ਹੈ ਤਾਂ ਤੁਹਾਨੂੰ MCQs ਦਿੱਤੇ ਹੋਣਗੇ, ਉਹਦੇ 3 ਆਪਸ਼ਨ ਆਉਣਗੇ। ਤਾਂ ਜਦੋਂ ਇਹਦਾ ਮਤਲਬ ਫਿਰ ਕੀ ਹੋਇਆ ਵੀ ਜੇ ਤੁਸੀਂ ਟਰਾਂਸਲੇਸ਼ਨ ਕਰਨੀ ਹੈ ਤਾਂ ਟਰਾਂਸਲੇਸ਼ਨ ਨੂੰ ਰੱਟਾ ਨਹੀਂ ਲਾਉਣਾ, ਉਹਦੇ ਰੂਲਸ ਕਰ ਲਓ। ਸਾਰੇ ਟੈਂਸ ਦੇ ਤੁਹਾਨੂੰ ਰੂਲਸ ਪਤਾ ਹੋਣੇ ਚਾਹੀਦੇ ਹੈ ਵੀ ਪ੍ਰੈਜ਼ੈਂਟ ਇੰਡੈਫੀਨੇਟ 'ਚ ਕੀ ਲੱਗਦਾ, ਪਾਸਟ ਇੰਡੈਫੀਨੇਟ 'ਚ ਕੀ ਲੱਗਦਾ। ਜੇ ਤੁਹਾਨੂੰ ਉਹ ਪਤਾ ਹੋਣਗੇ ਤਾਂ MCQs ਤੋਂ ਤੁਹਾਨੂੰ ਕਲੀਅਰ ਹੋ ਜਾਊਗਾ ਵੀ ਇਹ ਟੈਂਸ ਜਿਹੜਾ ਹੈਗਾ ਉਹ ਕਿਹੜਾ ਹੈ, ਕਿਹਦੇ 'ਚ ਬਣਿਆ ਹੋਇਆ, ਅਤੇ ਉਹਦੇ ਨਾਲ ਤੁਸੀਂ ਸਹੀ ਉੱਤਰ ਦੇ ਸਕੋਗੇ। ਉਵੇਂ ਜੇਕਰ ਰੀਟਰਾਂਸਲੇਸ਼ਨ ਹੈ, ਰੀਟਰਾਂਸਲੇਸ਼ਨ ਦੇ ਵਿੱਚ ਵੀ ਤੁਸੀਂ ਕੀ ਕਰਨਾ ਹੁੰਦਾ, ਪੰਜਾਬੀ ਫਰੋਮ ਪੰਜਾਬੀ ਟੂ ਇੰਗਲਿਸ਼, ਤਾਂ ਪੰਜਾਬੀ ਤੋਂ ਇੰਗਲਿਸ਼, ਪਹਿਲਾਂ ਇੰਗਲਿਸ਼ ਤੋਂ ਪੰਜਾਬੀ, ਟਰਾਂਸਲੇਸ਼ਨ ਅਤੇ ਰੀਟਰਾਂਸਲੇਸ਼ਨ। ਟੈਂਸ ਆਉਂਦੇ ਹੋਣਗੇ, ਇਹਨੂੰ ਤੁਸੀਂ ਬੜੇ ਸੌਖੇ ਤਰੀਕੇ ਨਾਲ ਅਟੈਂਪਟ ਕਰ ਲਓਗੇ ਕਿਉਂਕਿ 3 4 ਤੁਹਾਨੂੰ ਆਪਸ਼ਨ ਦਿੱਤੀਆਂ ਹੋਣਗੀਆਂ। ਉਸ ਤੋਂ ਬਾਅਦ ਗ੍ਰਾਮਰ ਹੈ, ਡਿਟਰਮੀਨਰ ਹੈ ਬੇਟੇ। ਡਿਟਰਮੀਨਰ ਤੁਸੀਂ ਚੰਗੀ ਤਰ੍ਹਾਂ ਕੀਤੇ ਹੋਏ ਆ। ਪਹਿਲਾਂ ਡਿਟਰਮੀਨਰਸ ਤੁਸੀਂ ਸਿਰਫ ਇਹ ਚੈੱਕ ਕਰ ਲਓ ਵੀ ਡਿਟਰਮੀਨਰ ਦੇ ਵਿੱਚ ਤੁਸੀਂ ਕਿਹੜੇ ਜਿਵੇਂ ਆਰਟੀਕਲ ਇਹਦੇ 'ਚ ਆ ਜਾਂਦੇ ਹੈ ਨਾ, AN ਦਾ, ਉਹ ਭਰਨਾ ਹੋ ਸਕਦਾ। ਉਸ ਤੋਂ ਬਾਅਦ ਤੁਹਾਨੂੰ ਪੋਜੈਸਿਵ ਆ ਜਾਂਦੇ ਆ, ਜਿਵੇਂ ਮੇਰਾ, ਤੁਹਾਡਾ, ਉਸ ਦਾ, ਉਹ ਹੋ ਸਕਦੇ ਆ। ਨੂਮੈਰੀਕਲ, ਇਹ ਸਾਰੇ ਤੁਸੀਂ ਦੇਖ ਲਿਆ ਜੇ ਵੀ ਕਿੰਨੇ ਤਰ੍ਹਾਂ ਦੇ ਜਿਹੜੇ ਡਿਟਰਮੀਨਰ ਹੈ ਉਹਦੇ ਨਾਲ ਅਸੀਂ ਬਣਾਉਂਦੇ ਹਾਂ। ਅਤੇ ਡਿਟਰਮੀਨਰ ਦੀਆਂ ਜਿਹੜੀਆਂ ਐਕਸਰਸਾਈਜ਼ ਹੈ, ਮੈਂ ਫਿਰ ਵਾਰੀ ਰਿਕੁਐਸਟ ਕਰੂੰਗੀ ਵੀ ਜਿਹੜੀਆਂ ਤੁਹਾਡੀਆਂ ਡਿਟਰਮੀਨਰ ਦੀਆਂ ਸੋਲਵਡ ਐਕਸਰਸਾਈਜ਼ ਦਿੱਤੀਆਂ ਹੋਈਆਂ ਨਾ ਬੇਟੇ ਗ੍ਰਾਮਰ ਦੇ ਵਿੱਚ, 20 ਹੈਗੀਆਂ, ਪਤਾ ਨਹੀਂ ਸ਼ਾਇਦ 19 ਹੈਗੀਆਂ, 20 ਹੈਗੀਆਂ, ਉਹ ਸਾਰੀਆਂ ਤੁਸੀਂ ਕਰ ਲੈਣੀਆਂ ਹੈਗੀਆਂ। ਅਤੇ ਇੱਕ ਤੁਸੀਂ ਜਿਹੜਾ ਹੈਗਾ ਤੁਹਾਡਾ ਰੇਨਬੋ ਆਫ ਇੰਗਲਿਸ਼, ਤੁਹਾਡੀ ਜਿਹੜੀ ਬੁੱਕ ਹੈਗੀ ਹੈ ਉਹਦੇ ਜਿਹੜੇ ਬੈਕ 'ਤੇ ਗ੍ਰਾਮਰ ਦੀ ਐਕਸਰਸਾਈਜ਼ ਦਿੱਤੀਆਂ ਹੋਣਗੀਆਂ, ਉਹਦੇ ਵਿੱਚੋਂ ਸਿਰਫ ਤੁਹਾਨੂੰ ਜਿਹੜਾ ਕੁਛ ਆਉਣਾ ਉਹ ਵਾਲੇ ਤੁਸੀਂ ਕਰ ਲਓ। ਮੰਨ ਲਓ ਡਿਟਰਮੀਨਰ ਆਉਣੇ ਹੈ ਤੁਹਾਨੂੰ, ਜਾਂ ਟਰਾਂਸਫੋਰਮੇਸ਼ਨ। ਨੈਕਸਟ ਹੈਗਾ ਯੂਜ਼ ਨੋਨ ਫਾਈਨਾਈਟ, ਇਹਦੇ ਵਿੱਚ ਇਨਫਿਨਿਟਿਵ, ਜੈਰੰਡ ਅਤੇ ਪਾਰਟੀਸੀਪਲ ਆਉਣੇ, ਇਹ ਵੀ ਆਪਾਂ ਜ਼ੂਮ 'ਤੇ ਕਰ ਲਏ ਸੀਗੇ। ਟਰਾਂਸਫੋਰਮੇਸ਼ਨ ਆਫ ਸੈਂਟੈਂਸਿਸ ਹੈਗੀ ਹੈ, ਜਿਹਦੇ 'ਚ 2 ਤਰ੍ਹਾਂ ਦੇ ਆਉਣੇ ਆ, ਸਿਰਫ ਤੁਹਾਨੂੰ ਦਿੱਤਾ ਹੋਇਆ ਉਹਨਾਂ ਨੇ ਸਪੈਸ਼ਲ ਵੀ ਆਹ ਇੱਕ ਤਾਂ ਯੂਜ਼ ਟੂ ਅਤੇ ਰਿਮੂਵ ਟੂ, ਇਹ ਵੀ ਆਪਾਂ ਜ਼ੂਮ 'ਤੇ ਕੀਤੇ ਸੀਗੇ। ਅਤੇ ਇਸ ਤੋਂ ਬਿਨਾਂ ਡਿਗਰੀ ਆਫ ਕੰਪੈਰੀਜ਼ਨ, ਇਹਦੇ 'ਚ 2 ਤਰ੍ਹਾਂ ਦੇ ਤੁਹਾਨੂੰ ਟਰਾਂਸਫੋਰਮੇਸ਼ਨ ਆਉਣੀ ਹੈ ਵੀ ਡਿਗਰੀ ਚੇਂਜ ਕਰਨੀ ਹੋਊਗੀ। ਇਹ 2 ਤਰ੍ਹਾਂ ਦੇ ਜਿਹੜੇ ਹੈਗੇ ਹੈ ਟਰਾਂਸਫੋਰਮੇਸ਼ਨ, ਇਹ ਤੁਸੀਂ ਬੁੱਕ ਦੇ ਵਿੱਚੋਂ ਜਿਹੜਾ ਇਹਦੀ ਬੈਕ ਐਕਸਰਸਾਈਜ਼ ਹੋਊਗੀ ਲੈਸਨਸ ਦੀ, ਉਹਦੇ ਮਗਰੋਂ ਤੁਸੀਂ ਇਹ ਕਰ ਲੈਣੇ ਹੈਗੇ ਹੈ। ਤਾਂ ਇਹੀ ਚੀਜ਼ਾਂ ਗ੍ਰਾਮਰ 'ਚੋਂ ਕਰਨੀ ਹੈ। ਸੋਲਡ ਮੈਂ ਵਾਰੀ ਕਹੂੰਗੀ ਡਿਟਰਮੀਨਰ ਦੀਆਂ ਸੋਲਡ ਐਕਸਰਸਾਈਜ਼ ਤੁਸੀਂ ਜ਼ਰੂਰ ਕਰੋ। ਵੋਇਸ ਦੇ ਵਿੱਚ ਵੀ ਤੁਹਾਨੂੰ MCQs ਦਿੱਤੇ ਹੋਣਗੇ ਅਤੇ ਨਰੇਸ਼ਨ ਦੇ ਵਿੱਚ ਵੀ ਦਿੱਤੇ ਹੋਣਗੇ, ਤਾਂ ਤੁਸੀਂ ਇਹ ਉਹਦੇ ਵਿੱਚੋਂ ਕਰ ਲੈਣਾ, ਤੁਹਾਨੂੰ ਪਤਾ ਹੋਣਾ ਚਾਹੀਦਾ। ਅਗੇਨ ਫਿਰ ਮੈਂ ਕਹੂੰਗੀ ਇਹਨਾਂ ਦੇ ਤੁਸੀਂ ਟੈਂਸ ਪੜ੍ਹੋ, ਫਾਰਮੂਲੇ ਪੜ੍ਹੋ, ਅਤੇ ਜਿਹਦੇ ਤੁਹਾਨੂੰ ਪਤਾ ਲੱਗ ਜਾਏ ਵੀ ਜਿਹੜਾ ਸਹੀ ਹੈ ਉਹ ਕਿਹੜਾ ਹੋਊਗਾ। ਅੱਗੇ ਬੁੱਕਸ ਆ ਗਈਆਂ ਜਿਹੜੀਆਂ ਤੁਹਾਡੀਆਂ ਬੁੱਕਸ ਦੇ ਵਿੱਚੋਂ ਹੈਗਾ, ਜਿਵੇਂ ਇਟ ਵਿਲ ਕੰਸਿਸਟ ਆਫ 10 ਆਬਜੈਕਟਿਵ ਟਾਈਪ ਕੁਐਸਚਨਸ, ਤਾਂ 1 ਨੰਬਰ ਦਾ 10 ਤੁਹਾਨੂੰ ਕੁਐਸਚਨ ਆਉਣਗੇ। ਤਾਂ ਤੁਹਾਨੂੰ ਚੰਗੀ ਤਰ੍ਹਾਂ ਰੀਡਿੰਗ, ਜਿਵੇਂ 6 ਲੈਸਨ ਆਪਣੇ ਇੱਕ ਪਾਸਿਓਂ ਹੋ ਗਏ ਅਤੇ 5 ਲੈਸਨ ਇੱਕ ਪਾਸੇ ਹੋ ਗਏ, ਅਤੇ ਤੁਹਾਨੂੰ ਪਤਾ ਹੀ ਹੈ ਜਿੰਨੇ ਰੈਡਿਊਸ ਸਿਲੇਬਸ ਦੇਖ ਲਿਆ ਜੇ। ਮੈਂ ਸ਼ਾਇਦ ਹੋ ਸਕਦਾ ਗਲਤ ਵੀ ਹੋਵਾਂ ਬੋਲਣ ਦੇ ਵਿੱਚ, ਅਤੇ ਪਰ ਤੁਸੀਂ ਆਪਦਾ ਰੈਡਿਊਸ ਸਿਲੇਬਸ ਜਿਹੜਾ ਚੈੱਕ ਕਰਕੇ ਜਿੰਨੇ ਤੁਹਾਨੂੰ ਚੈਪਟਰ ਇਹਦੇ 'ਚ ਬਣਦੇ ਹੈਗੇ ਹੈ, ਅਤੇ ਉਹਨਾਂ ਦੀ ਰੀਡਿੰਗ ਚੰਗੀ ਤਰ੍ਹਾਂ ਕਰਨੀ ਹੈ। ਅਤੇ ਉਹਦੇ 'ਚ ਤੁਹਾਨੂੰ ਜਿਹੜੇ ਹੈਗੇ ਆਬਜੈਕਟਿਵ ਟਾਈਪ ਕੁਐਸਚਨ ਆ ਜਾਣਗੇ 10 ਨੰਬਰ ਦੇ। 5 ਯਾਨੀ ਕਿ ਇੱਕ ਪਹਿਲੇ ਇੰਟੈਂਸਿਵ ਸਟੱਡੀ 'ਚੋਂ ਅਤੇ ਐਕਸਟੈਂਸਿਵ ਸਟੱਡੀ 'ਚੋਂ 5 ਇਹ ਆ ਜਾਣੇ ਹੈ। ਅਤੇ ਇੱਕ ਸ਼ਬਦ ਇਹਦਾ ਹੈਗਾ ਜਿਹੜਾ ਉੱਤਰ ਹੋਊਗਾ, ਵੱਧ ਤੋਂ ਵੱਧ ਹੱਦ 1 ਲਾਈਨ ਹੋਊਗੀ। ਤਾਂ ਇਹ ਤੁਸੀਂ 10 ਨੰਬਰ ਜਿਹੜੇ ਹੈਗੇ 10 'ਚੋਂ 10 ਬੜੀ ਆਸਾਨੀ ਨਾਲ ਇਹਨੂੰ ਸਿਕਿਉਰ ਕਰ ਸਕਦੇ ਹੈ। ਤਾਂ ਕੰਪਰੀਹੈਂਸ਼ਨ ਫਿਰ ਜਿਹੜਾ ਤੁਹਾਨੂੰ ਹੈਗੀ ਹੈ ਉਹਦੇ 'ਚੋਂ ਆਉਣੀ ਹੈ ਪੋਇਮਸ 'ਚੋਂ, ਤਾਂ ਉਹਦੀ ਮੇਰੀ ਗੱਲ ਧਿਆਨ ਨਾਲ ਸੁਣ ਲਓ। ਹੁਣ ਜੋ ਤੁਸੀਂ ਰਿਵੀਜ਼ਨ ਕਰ ਰਹੇ ਹੋ ਤਾਂ ਇਹਦੇ 'ਚੋਂ ਫਿਗਰ ਆਫ ਸਪੀਚ ਤੁਹਾਨੂੰ ਕਰਾਈ ਹੈਗੀ ਹੈ। ਆ ਜਿਹੜਾ ਤਾਂ ਕੰਪਰੀਹੈਂਸ਼ਨ ਕੁਐਸਚਨ ਉਹਨੇ ਗਿਵਨ ਸਟੈਂਜਾ ਫਰੋਮ ਪੋਇਟਰੀ 4 ਕੁਐਸਚਨਸ ਇਨਕਲੂਡਿੰਗ ਅ ਕੁਐਸਚਨ ਔਨ ਦਾ ਨੇਮ ਆਫ ਦਾ ਪੋਇਮ ਔਰ ਪੋਇਟ, ਰਾਈਮ ਸਕੀਮ ਅਤੇ ਸਿਮਲੀ, ਮੈਟਾਫਰ, ਪਰਸੋਨੀਫਿਕੇਸ਼ਨ, ਐਲੀਟਰੇਸ਼ਨ, ਇਮੇਜਰੀ। ਤਾਂ ਇਹ ਸਾਰੀਆਂ ਹੋ ਗਈਆਂ। ਇਹਨਾਂ ਦੇ ਵਿੱਚੋਂ ਇਹ ਕੁਐਸਚਨ ਆਉਣਗੇ ਤੁਹਾਨੂੰ। ਕੁਐਸਚਨ ਤਾਂ ਇੱਕ ਹੀ ਹੋਊਗਾ ਵੀ ਜਿਹੜਾ ਤੁਹਾਨੂੰ ਉਹਨਾਂ ਨੇ ਆਨਸਰ ਪੁੱਛਿਆ, ਤਾਂ ਇੱਕ ਤਾਂ ਤੁਸੀਂ ਪੋਇਮ ਦਾ ਨਾਮ ਕਰ ਲਿਆ ਅਤੇ ਪੋਇਟ ਦਾ ਨਾਮ ਕਰ ਗਿਆ, ਇੱਕ ਕੁਐਸਚਨ ਤੁਹਾਡਾ ਉਹ ਕਵਰ ਹੋ ਗਿਆ।
ਇੱਕ ਤੁਹਾਨੂੰ ਫਿਗਰ ਆਫ ਸਪੀਚ, ਇੱਕ ਤੁਹਾਨੂੰ ਰਾਈਮ ਸਕੀਮ ਆ ਸਕਦੀ ਹੈ। ਫਿਗਰ ਆਫ ਸਪੀਚ ਤਾਂ ਇਹ ਹੋ ਗਿਆ ਨਾ ਸਿਮਲੀ, ਮੈਟਾਫਰ, ਪਰਸੋਨੀਫਿਕੇਸ਼ਨ, ਐਲੀਟਰੇਸ਼ਨ, ਇਮੇਜਰੀ, ਵੀ ਇਹ ਇਹਨਾਂ 'ਚੋਂ ਕਿਹੜਾ ਉਹਨਾਂ ਨੇ ਫਿਗਰ ਆਫ ਸਪੀਚ ਯੂਜ਼ ਕੀਤਾ। ਰਾਈਮ ਸਕੀਮ ਫਿਰ ਬੇਟੇ ਜਿਹੜੇ ਤੁਹਾਨੂੰ ਕਰਾਈ ਸੀ ਵੀ ਏ ਬੀ ਬੀ, ਏ ਬੀ, ਇਹ ਜਿਹੜੀ ਹੈਗੀ ਵੀ ਕਿੱਦਾਂ ਦੇ ਜਿਹੜੇ ਲਾਸਟ ਜਿਹੜੇ ਕੁਐਸਚਨ ਹੈ ਤੁਸੀਂ ਲਾਸਟ ਜਿਹੜੇ ਵਰਡਸ ਹੈਗੇ ਉਹਨੂੰ ਚੈੱਕ ਕਰਕੇ ਤੁਹਾਨੂੰ ਪਤਾ ਲੱਗੂਗਾ ਵੀ ਕੀ ਰਾਈਮ ਸਕੀਮ ਹੈ ਜਿਹੜੀ ਇਹਦੇ ਵਿੱਚ ਬਣਦੀ ਹੈ। ਫਿਰ ਵੀ ਕਿਸੇ ਨੂੰ ਕੋਈ ਦਿੱਕਤ ਆਵੇ ਤਾਂ ਮੈਨੂੰ ਫ਼ੋਨ ਕਰਕੇ ਜਦੋਂ ਮਰਜ਼ੀ ਤੁਸੀਂ ਅੱਜ ਪੁੱਛ ਸਕਦੇ ਆ। ਅਤੇ ਸਵੇਰੇ 9:15 ਵਜੇ ਤੁਸੀਂ ਪਹੁੰਚੋਗੇ, 9:15 ਵਜੇ ਪਹੁੰਚ ਜਾਓਗੇ ਅਤੇ 9:30 ਜਿਹੜਾ ਪੇਪਰ ਆ ਉਹ ਸਟਾਰਟ ਹੋ ਜਾਊਗਾ। ਤਾਂ ਇਹ ਤੁਸੀਂ ਧਿਆਨ ਨਾਲ ਮੇਰੀ ਗੱਲ ਸੁਣ ਲਈ ਵੀ ਕੰਪਰੀਹੈਂਸ਼ਨ ਜਿਵੇਂ ਨੇਮ ਆਫ ਦਾ ਪੋਇਮ ਅਤੇ ਪੋਇਟ, ਇਹ 2 ਨੰਬਰ ਹੈ। ਕਿੰਨੀਆਂ ਕੁ ਤੁਹਾਡੀਆਂ ਪੋਇਮ ਹੈਗੀਆਂ? 6 ਕੁ ਪੋਇਮ ਹੈ, 6-7, ਉਹਨੂੰ ਤੁਸੀਂ ਕਰ ਲੈਣਾ ਹੈਗਾ। 6 ਪੋਇਮ ਯਾਦ ਕਰਨੀ ਉਹਨਾਂ ਦੇ ਤੁਸੀਂ ਪੋਇਟ ਯਾਦ ਕਰਨੇ ਹੈਗੇ। 2 ਨੰਬਰ ਤੁਹਾਡੇ ਸਿੱਧੇ ਹੀ ਆ ਜਾਣਗੇ। ਰਾਈਮ ਸਕੀਮ ਵੀ ਇਹਦੇ 'ਚ ਕੋਈ ਯਾਦ ਕਰਨ ਵਾਲੀ ਗੱਲ ਨਹੀਂ ਹੁੰਦੀ, ਚੰਗੀ ਤਰ੍ਹਾਂ ਬਲੈਕ ਬੋਰਡ 'ਤੇ ਸਮਝਾਈ ਹੋਈ ਹੈ। ਸਿਮਲੀ ਦੱਸਿਆ ਹੋਇਆ ਕੀ ਹੁੰਦਾ, ਮੈਟਾਫਰ, ਇਹ ਤੁਹਾਨੂੰ 4 ਨੰਬਰ 'ਚੋਂ 4 ਦੇ 4 ਤੁਸੀਂ 3 ਤਾਂ ਪੱਕਾ ਹੀ ਲੈ ਸਕਦੇ ਹੋ। ਅੱਗੋਂ ਸੈਂਟਰਲ ਆਈਡੀਆ ਆ ਗਿਆ 3 ਨੰਬਰ ਦਾ, ਠੀਕ ਹੈ ਜੀ। ਕਿਸੇ ਵੀ 2 ਪੋਇਮ ਦੇ ਵਿੱਚੋਂ ਇੱਕ ਤੁਸੀਂ ਸੈਂਟਰਲ ਆਈਡੀਆ ਕਰਨਾ ਹੋਊਗਾ। ਫਿਰ ਤੁਹਾਡੇ ਉਹ ਕੁਐਸਚਨ ਆ ਗਏ ਜਿਹੜੇ 40 ਤੋਂ 50 ਸ਼ਬਦਾਂ ਦੇ ਵਿੱਚ ਕਰਦੇ ਹੋ। 3 ਕੁਐਸਚਨ ਪਹਿਲੇ ਪਾਰਟ 'ਚੋਂ ਆ ਗਏ ਅਤੇ 2 ਕੁਐਸਚਨ ਜਿਹੜੇ ਹੈਗੇ ਆ ਸੈਕਿੰਡ ਪਾਰਟ 'ਚੋਂ ਆ ਗਏ। ਇਹ 3 ਕੇ 4 ਲਾਈਨਾਂ ਦਾ ਤੁਹਾਡਾ ਜਿਹੜਾ ਕੁਐਸਚਨ ਹੈ ਉਹ ਬਣ ਜਾਣਗੇ, ਕਿਉਂਕਿ ਇੱਕ ਸੈਂਟੈਂਸ ਹੈ 10 ਕੁ ਸ਼ਬਦਾਂ ਨਾਲ ਬਣ ਜਾਂਦਾ। 3 ਤੋਂ 4 ਲਾਈਨਾਂ ਦਾ ਤੁਹਾਡਾ ਇਹ ਕੁਐਸਚਨ ਬਣੂਗਾ। ਉਸ ਤੋਂ ਬਾਅਦ ਲੌਂਗ ਆਨਸਰ ਟਾਈਪ ਕੁਐਸਚਨ ਆ ਗਏ, ਉਹ ਥੀਮ, ਇੰਸੀਡੈਂਟ, ਕੰਟੈਂਟ, ਲੈਟਰ, ਐਕਸਟਰਾ, ਇਹ ਸਾਰਿਆਂ 'ਤੇ ਹੋਊਗਾ 60 ਤੋਂ 70 ਵਰਡ। ਇਹ ਹੁਣ ਤੁਹਾਡਾ ਥੋੜ੍ਹਾ ਜਿਹਾ ਇਹਨਾਂ ਨੇ ਕੀ ਕਰਤਾ, ਛੋਟਾ ਕਰਤਾ। ਇਹ ਜਿਹੜਾ ਕੁਐਸਚਨ ਸੀ ਪਹਿਲਾਂ 100 ਆਪਾਂ ਵਰਡਸ ਦਾ ਦੇਣਾ ਹੁੰਦਾ ਸੀ ਅਤੇ 5 ਨੰਬਰ ਦਾ ਆਉਂਦਾ ਸੀ, ਪਰ ਹੁਣ ਤੁਹਾਡਾ ਜਿਹੜਾ ਹੈਗਾ ਇਹ 60 ਤੋਂ 70 ਵਰਡਸ ਦਾ ਕਰਤਾ ਸਿਰਫ, ਅਤੇ 3 ਨੰਬਰ ਦਾ ਹੀ ਹੈ। ਤੁਹਾਡਾ ਕੋਈ ਕਰੈਕਟਰ ਹੈ ਜਾਂ ਕੋਈ ਇੰਸੀਡੈਂਟ ਹੈ, ਆਪਣਾ ਥੀਮ ਹੈ, ਜੋ ਵੀ ਹੈ। ਤਾਂ ਉਵੇਂ ਜ਼ਿਕਰ ਹੀ ਦੂਸਰੇ ਪਾਸੇ, ਮਤਲਬ ਇੱਕ ਪਾਸੇ ਜਿਹੜਾ ਹੈਗਾ ਇੰਟੈਂਸਿਵ ਸਟੱਡੀ ਅਤੇ ਦੂਜਾ ਜਿਹੜਾ ਹੈਗਾ ਉਹ ਐਕਸਟੈਂਸਿਵ ਸਟੱਡੀ। ਇਹਨਾਂ 'ਚੋਂ 3-3 ਨੰਬਰ ਦਾ 60 ਤੋਂ 70 ਸ਼ਬਦਾਂ ਦਾ ਲਿਖਣਾ ਤੁਸੀਂ, ਉਹ ਹੋ ਜਾਊਗਾ ਤੁਹਾਡਾ। ਅਤੇ ਗੁੱਡ ਹੈਂਡ ਰਾਈਟਿੰਗ ਅਗੇਨ ਵਾਰੀ ਮੈਂ ਕਹੂੰਗੀ ਬਹੁਤ ਸੁੰਦਰ ਲਿਖਾਈ ਕਰੋ, ਅਤੇ ਇਹ ਜਿਹੜੇ ਕੁਐਸਚਨ ਹੈ ਤੁਸੀਂ ਕਰ ਲਓ। ਗ੍ਰਾਮਰ ਦਾ ਬੇਟੇ, ਗ੍ਰਾਮਰ 'ਚੋਂ ਹੀ ਤੁਸੀਂ ਗਲਤੀਆਂ ਕਰੋਗੀਆਂ। ਫਿਰ ਇੱਥੇ ਆ ਡਿਟਰਮੀਨਰ, ਯੂਜ਼ ਆਫ ਨੋਨ ਫਾਈਨਾਈਟ, ਇਨਫਿਨਿਟਿਵ, ਜੈਰੈਂਡ, ਇਹਨਾਂ ਦੀਆਂ ਬੇਟੇ ਸੋਲਵਡ ਐਕਸਰਸਾਈਜ਼ ਗ੍ਰਾਮਰ ਦੇ ਵਿੱਚੋਂ ਬਹੁਤ ਚੰਗੀ ਤਰ੍ਹਾਂ ਕਰ ਲਓ। ਜਦੋਂ ਤੁਹਾਡੀਆਂ ਗ੍ਰਾਮਰ ਦੇ ਵਿੱਚੋਂ ਡਿਟਰਮੀਨਰ ਅਤੇ ਯੂਜ਼ ਆਫ ਨੋਨ ਫਾਈਨਾਈਟ ਅਤੇ ਟਰਾਂਸਫੋਰਮੇਸ਼ਨ ਆਫ ਸੈਂਟੈਂਸਿਸ ਆਪਾਂ ਜਿਹੜੀਆਂ ਤੁਹਾਨੂੰ ਮੈਂ ਉਹਦੇ ਕਰਾਈਆਂ ਸੀ, ਅਤੇ ਵੋਇਸ ਅਤੇ ਨਰੇਸ਼ਨ, ਇਹ ਤਾਂ ਤੁਹਾਨੂੰ ਰੂਲ ਪਤਾ ਹੋਣਗੇ ਤਾਂ ਤੁਸੀਂ ਬਣਾ ਲਓਗੇ, ਇਹਨੂੰ ਕਿਹੜਾ ਤੁਸੀਂ ਰੱਟੇ ਲਾਉਣੇ ਆ। ਤਾਂ ਇਹ ਤੁਸੀਂ ਇਹਨਾਂ ਦੀ ਹੀ ਬਹੁਤ ਜਿਹੜੀ ਮੇਨ ਤਿਆਰੀ ਕਰੋ ਵੀ ਤਾਂ ਕਿ ਤੁਹਾਡੀ ਕੋਈ ਗਲਤੀ ਨਾ ਹੋਵੇ ਗ੍ਰਾਮਰ ਦੇ ਵਿੱਚੋਂ। ਅਤੇ ਪਹਿਲਾਂ ਜਦੋਂ ਗ੍ਰਾਮਰ 'ਚ ਹੋ ਗਿਆ, ਉਸ ਤੋਂ ਬਾਅਦ ਤੁਸੀਂ ਬੁੱਕ ਦਾ ਜਿਹੜਾ ਪਿੱਛੇ ਬੈਕ ਐਕਸਰਸਾਈਜ਼ ਦਿੱਤੀ ਹੈ ਉਹਦੇ ਵਿੱਚੋਂ ਇਹ ਵਾਲੇ ਟੋਪਿਕ ਜਿਹੜੇ ਤੁਹਾਨੂੰ ਆਉਣੇ ਹੈ ਉਹਨਾਂ ਨਾਲ ਸੰਬੰਧਿਤ ਜਿਹੜੇ ਸੈਂਟੈਂਸ ਆ ਉਹ ਕਰ ਲਓ। ਹਾਰਡਲੀ 10 ਜਾਂ 12 ਸੈਂਟੈਂਸ ਬਣਨਗੇ ਬੁੱਕ ਦੇ, ਤਾਂ ਐਵੇਂ ਖਤਾ ਨਾ ਖਾ ਜਿਓ। ਅਤੇ ਨੰਬਰ ਜਿਹੜੇ ਹੈਗੇ ਤੁਹਾਡੇ, ਕਿਉਂਕਿ ਉਹਨਾਂ ਨੇ ਇਹ ਵੀ ਕਲੀਅਰ ਕਰਤੀ ਗੱਲ ਵੀ ਇਹ ਬੱਚਿਆਂ ਨੂੰ ਸ਼ਿਓਰ ਕਰ ਦਿਓ, ਇਨਸ਼ੋਰ ਕਰੋ ਕਿ ਜਿਹੜੇ ਤੁਹਾਡੇ ਫਾਈਨਲ ਐਗਜ਼ਾਮ ਹੈ ਉਹ ਹਰ ਹਾਲ 'ਚ ਫਿਜ਼ੀਕਲੀ ਹੀ ਹੋਣਗੇ। ਜਿਵੇਂ ਇਹ 80 ਨੰਬਰ ਦਾ ਪੇਪਰ ਹੋਣਾ ਅਤੇ ਉਵੇਂ ਜ਼ਿਕਰ ਹੀ ਉਹ ਪੇਪਰ, ਜਿਵੇਂ ਤੁਸੀਂ ਬੋਰਡ ਦੇ ਪੇਪਰ ਹੁੰਦੇ ਅੱਗੇ ਦਿੰਦੇ ਸੀ, ਦੇਣ ਜਾਂਦੇ ਸੀ ਪੇਪਰ ਸੈਂਟਰ 'ਚ, ਤਾਂ ਉੱਦਾਂ ਹੀ ਅਸੀਂ ਲੈਣੇ ਆ। ਕੁਛ ਵੀ ਹੋ ਜਾਏ ਕਹਿੰਦੇ ਅਸੀਂ ਇਹ ਪੇਪਰ ਇੱਦਾਂ ਹੀ ਲੈਣੇ ਆ, ਠੀਕ ਹੈ ਜੀ। ਹੁਣ ਜੇ ਕਿਸੇ ਨੂੰ ਕੋਈ ਇਹ ਤੋਂ ਬਾਅਦ ਸਮੱਸਿਆ ਹੋਵੇ ਤਾਂ ਮੈਨੂੰ ਕੋਈ ਵੀ ਟੋਪਿਕ ਹੈ ਜਿਹੜਾ ਬੱਚਾ ਫ਼ੋਨ ਕਰਕੇ ਕਲੀਅਰ ਕਰ ਸਕਦਾ ਹੈ। ਅਤੇ ਮੇਰੇ ਵੱਲੋਂ ਮੈਨੂੰ ਲੱਗਦਾ ਮੈਂ ਤੁਹਾਨੂੰ ਦੱਸਦਾ ਸਾਰਾ, ਜੋ ਮੈਨੂੰ ਜਿੰਨਾ ਲੱਗਦਾ ਸੀ ਮੈਂ ਤੁਹਾਨੂੰ ਦੱਸਦਾ। ਅਤੇ ਸੋਲਡ ਅਨਸੀਨ ਪੈਸੇਜ ਬੇਟੇ 5 ਕੀਤੇ ਹੋਣਗੇ, ਈਮੇਲ 5 ਕੀਤੀਆਂ ਹੋਣਗੀਆਂ, ਪਹਿਲੀਆਂ ਐਪਲੀਕੇਸ਼ਨਸ ਕੀਤੀਆਂ ਹੋਣਗੀਆਂ 3 ਤੋਂ 5 ਦੇ ਵਿੱਚ ਮੈਨੂੰ ਲੱਗਦਾ ਤੁਹਾਡਾ ਜਿਹੜਾ ਹੈਗਾ ਸਿਲੇਬਸ ਕਵਰ ਹੋ ਜਾਂਦਾ ਹੈ। ਅਤੇ ਇਹ ਆਪਾਂ +1 ਦੇ ਵਿੱਚ ਵੀ ਕੀਤਾ ਹੋਇਆ। ਅਤੇ ਮੇਰੇ ਵੱਲੋਂ ਤਾਂ ਇੰਨਾ ਹੀ ਸੀ, ਬਾਕੀ ਤੁਸੀਂ ਦੱਸ ਦਿਓ ਜੇ ਕੁਛ ਹੋਰ ਮੇਰੇ ਤੋਂ ਪੁੱਛਣਾ ਤਾਂ, ਠੀਕ ਹੈ ਜੀ। ਓਕੇ ਬੇਟਾ, ਥੈਂਕ ਯੂ।